ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਧੰਨ ਵਾਹਿਗੁਰੂ ਜੀ, ਰਾਵ ਪ੍ਰਗਾਸ ਰਜਨੀ ਜਥਾ, ਗਤ ਜਾਨਤ ਸਭ ਸੰਸਾਰ। ਪਾਰਸ ਮਾਨੋ ਤਾਂਬੋ ਛੁਏ, ਕਨਕ ਹੋਤ ਨਹੀਂ ਬਾਰ। ਪਰਮ ਪਰਸ ਗੁਰ ਭੇਟੀਐ, ਪੂਰਬ ਲਿਖਤ ਲਿਲਾਟ। ਉਨ ਮਨ 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 ਹੀ ਮਿਲੇ, ਛੁਟਕਤ ਬਜਰ ਕਪਾਟ। ਭਗਤ ਜੁਗਤ ਮਤ ਸਤ ਕਰੀ, ਭ੍ਰਮ ਬੰਧਨ ਕਾਟ ਬਿਕਾਰ। ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਅਨੇਕ ਜਤਨ ਨਿਗ੍ਰਹ ਕੀਏ, ਟਾਰੀ ਨਾ ਟਰੈ ਭ੍ਰਮ ਫਾਸ। ਪ੍ਰੇਮ ਭਗਤ ਨਹੀਂ ਉਪਜੈ, ਤਾਂ ਤੇ ਰਵਿਦਾਸ ਉਦਾਸ। ਅਨੇਕ ਜਤਨ ਨਿਗ੍ਰਹ ਕੀਏ, ਟਾਰੀ ਨਾ ਟਰੈ ਭ੍ਰਮ ਫਾਸ। ਪ੍ਰੇਮ ਭਗਤ ਨਹੀਂ ਉਪਜੈ, ਤਾਂ ਤੇ ਰਵਿਦਾਸ ਉਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਬੜੇ ਅਦਬ ਸਤਿਕਾਰ ਨਾਲ ਸਤਿਗੁਰੂ ਦੀ ਅੰਮ੍ਰਿਤਮਈ ਮੁਬਾਰਕ ਬਾਣੀ ਦੇ ਪਾਠ ਅਤੇ ਸ਼ਬਦ ਕੀਰਤਨ ਆਪ ਜੀ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕਰ ਰਹੇ ਸੀ। ਸਤਿਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਆਪਾਂ ਯਤਨ ਕਰ ਰਹੇ ਹਾਂ। ਬਾਬਾ ਰਵਿਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ, ਜਿਹੜੇ ਕਿ 16 ਰਾਗਾਂ ਦੇ ਵਿੱਚ 40 ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹਨ, ਉਹਨਾਂ ਨੂੰ ਆਪਾਂ ਲੜੀਵਾਰ
ਵਿਚਾਰਨ ਦਾ ਆਹਰ ਕਰਦੇ ਹਾਂ ਨਿਤਾ ਪ੍ਰਤੀ ਇਹਨਾਂ ਦੀਵਾਨਾਂ ਵਿੱਚ। ਗੌੜੀ ਰਾਗ ਦੇ ਵਿੱਚ ਬਾਬਾ ਰਵਿਦਾਸ ਸਾਹਿਬ ਜੀ ਦੇ ਕੁੱਲ 5 ਪਦੇ ਹਨ। ਪੰਜਵਾਂ ਪਦਾ ਜੋ ਗੌੜੀ ਬੈਰਾਗਣ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 346 ਉੱਪਰ ਦਰਜ ਹੈ, ਸੁਭਾਇਮਾਨ ਹੈ। ਇਸ ਨੂੰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਨਾ ਆਰੰਭ ਕੀਤਾ ਸੀ, ਕਿਉਂਕਿ ਸ਼ਬਦ ਲੰਮੇਰਾ ਹੈ। ਸਮੇਂ ਦੇ ਮੁਤਾਬਕ ਆਪਾਂ ਇਸ ਨੂੰ ਕੇਵਲ 8 ਬੰਦਾਂ ਦੇ ਸ਼ਬਦ ਨੂੰ ਆਪਾਂ ਕੱਲ੍ਹ 4 ਬੰਦ ਇਸ ਸ਼ਬਦ ਦੇ ਵਿੱਚ ਸਾਂਝੇ ਕੀਤੇ ਹਨ। ਸੰਖੇਪ ਵਿੱਚ ਸਮਝ ਲਈਏ ਕਿ ਇਸ ਮੁਬਾਰਕ ਸ਼ਬਦ ਦਾ ਕੇਂਦਰੀ ਭਾਵ ਕੀ ਹੈ। ਰਹਾਉ ਵਾਲਾ ਬੰਦ ਇਸ ਸ਼ਬਦ ਦਾ ਹੈ, ਪਾਰ ਕੈਸੇ ਪਾਇਬੋ ਰੇ, ਮੋਹ ਸੋ ਕੋਊ ਨਾ ਕਹਿ ਸਮਝਾਏ, ਜਾਂ ਤੇ ਆਵਾ ਗਵਨ ਬਿਲਾਏ। ਇੱਕ ਸਵਾਲ ਨੁਮਾ ਉਪਦੇਸ਼ ਵਿਚਾਰ ਬਾਬਾ ਰਵਿਦਾਸ ਸਾਹਿਬ ਜੀ ਨੇ ਇਸ ਮੁਬਾਰਕ ਸ਼ਬਦ ਵਿੱਚ ਸਾਡੇ ਸਨਮੁਖ ਰੱਖਿਆ। ਇਹ ਸਵਾਲ ਕਰਮ ਕਾਂਡਾਂ ਨੂੰ ਮੁਖਾਤਬ ਹੋ ਕੇ ਹੈ, ਕਿਉਂਕਿ ਇਹ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਪ੍ਰਸ਼ਨ ਜਿਹੜਾ ਹੈ ਉਹ ਕਿਸ ਵਿਚਾਰ ਵਾਲੇ ਪਾਸੇ ਸਿੱਧਤ ਹੈ। ਇੱਕ ਹੁੰਦਾ ਹੈ ਜਗਿਆਸਾ ਭਾਵ ਨਾਲ ਪੁੱਛਿਆ ਹੋਇਆ ਪ੍ਰਸ਼ਨ ਕਿ ਆਹ ਕੰਮ ਕਿਵੇਂ ਹੋ ਸਕਦਾ ਹੈ। ਉਹਦੇ ਵਿੱਚ ਕਿਸੇ ਦੇ ਉੱਤੇ ਤਨਜ਼ ਨਹੀਂ ਹੁੰਦੀ ਜਾਂ ਕਿਸੇ ਦੇ ਉੱਤੇ ਕਿਸੇ ਚੀਜ਼ ਦਾ ਖੰਡਨ ਨਹੀਂ ਹੁੰਦਾ। ਉਹਦੇ ਵਿੱਚ ਇਹ ਹੁੰਦਾ ਹੈ ਵੀ ਪਤਾ ਨਹੀਂ ਹੈ ਕੁਝ, ਮੈਂ ਜਾਣਨਾ ਚਾਹੁੰਦਾ ਹਾਂ। ਮੰਨ ਲਵੋ ਮੈਂ ਉਦਾਹਰਣ ਦਿੰਦਾ ਹਾਂ ਵੀ ਅਸੀਂ ਕਿਤੇ ਜਾਣਾ ਹੈ ਤੇ ਸਾਨੂੰ ਬਿਲਕੁਲ ਹੀ ਰਾਹ ਦਾ ਨਹੀਂ ਪਤਾ ਵੀ ਕਿਹੜਾ ਰਾਹ ਜਾਂਦਾ ਹੈ ਕਿਹੜਾ ਨਹੀਂ ਜਾਂਦਾ, ਤੇ ਅਸੀਂ ਉੱਥੇ ਕਿਸੇ ਸਿਆਣੇ ਸੂਝਵਾਨ ਦੂਸਰੇ ਮਨੁੱਖ ਨੂੰ ਜਿਹੜਾ ਇਲਾਕੇ ਦਾ ਜਾਣਕਾਰ ਹੋਵੇ ਉਹਨੂੰ ਅਸੀਂ ਪੁੱਛਦੇ ਹਾਂ ਵੀ ਫਲਾਨੀ ਜਗ੍ਹਾ ਜਾਣ ਲਈ ਕਿਹੜਾ ਰਾਹ ਅਸੀਂ ਲਈਏ, ਕਿਸ ਰਸਤੇ ਤੁਰੀਏ। ਇੱਕ ਦੂਜਾ ਪੱਖ ਹੈ, ਇੱਕ ਬੰਦਾ ਸਾਨੂੰ ਗਲਤ ਰਾਹ ਦੱਸਦਾ ਹੈ, ਸਾਨੂੰ ਉਸ ਬਾਰੇ ਪਤਾ ਹੈ ਵੀ ਇਹ ਰਾਹ ਉੱਥੇ ਜਾਣਾ ਨਹੀਂ, ਸਾਨੂੰ ਉਸ ਇਲਾਕੇ ਦਾ ਭੇਤ ਹੈ, ਪਤਾ ਹੈ, ਗਿਆਨ ਹੈ, ਭੂਗੋਲਿਕ ਸਥਿਤੀ ਦਾ ਪਤਾ ਹੈ। ਉਹ ਸਾਨੂੰ ਦਾਅਵਾ ਕਰੇ ਵੀ ਇਹ ਰਾਹ ਉੱਥੇ ਜਾਂਦਾ ਹੈ ਤੇ ਆਪਾਂ ਉਹਨੂੰ ਪੁੱਛਾਂਗੇ ਵੀ ਕਿਵੇਂ ਜਾਂਦਾ ਇਹ ਰਾਹ। ਇਹ ਰਾਹ ਤਾਂ ਫਲਾਨੀ ਜਗ੍ਹਾ ਨੂੰ ਮੁੜਦਿਆਂ ਮੁੜਦਿਆਂ ਫਲਾਨੀ ਦਿਸ਼ਾ ਨੂੰ ਨਿਕਲ ਜਾਂਦਾ ਹੈ, ਇਹ ਉਸ ਪਿੰਡ, ਉਸ ਨਗਰ, ਉਸ ਸ਼ਹਿਰ ਇਹ ਰਾਹ ਜਾਂਦਾ ਹੀ ਨਹੀਂ। ਉੱਥੇ ਜਿਹੜਾ ਸਾਡਾ ਸਵਾਲ ਹੁੰਦਾ ਹੈ ਉਹ ਉਸ ਦੀ ਗਲਤ ਬਿਆਨੀ ਦੇ ਉੱਤੇ ਕਟਾਕਸ਼ ਹੁੰਦਾ ਹੈ। ਸਵਾਲ ਉੱਥੇ ਵੀ ਹੁੰਦਾ ਵੀ ਕਿਵੇਂ ਜਾਂਦਾ ਹੈ, ਪਰ ਉੱਥੇ ਅਸੀਂ ਕਿਵੇਂ ਜਾਂਦਾ ਹੈ ਰਾਹ ਜਿਹੜਾ ਹੈ ਉਹ ਜਗਿਆਸਾ ਭਾਵ 'ਚ ਨਹੀਂ ਪੁੱਛ ਰਿਹਾ। ਉੱਥੇ ਅਸੀਂ ਉਸ ਮਨੁੱਖ ਦੇ ਗਲਤ ਵਿਚਾਰ ਨੂੰ ਖੰਡਨ ਕਰ ਰਹੇ ਹਾਂ, ਕਿਉਂਕਿ ਪ੍ਰਸ਼ਨ ਦਾ ਭਾਵ ਸਮਝਣਾ ਬਹੁਤ ਜ਼ਰੂਰੀ ਹੈ ਕਿ ਪ੍ਰਸ਼ਨ ਜਿਹੜਾ ਉਹ ਕਿਸ ਭਾਵ ਦੇ ਵਿੱਚ ਕੀਤਾ ਗਿਆ। ਕੁਝ ਜਾਣਨ ਦੀ ਤਲਬ ਨਾਲ ਕੀਤਾ ਗਿਆ ਜਾਂ ਕਿਸੇ ਚੀਜ਼ ਦੇ ਖੰਡਨ ਦੇ, ਕਿਸੇ ਗਲਤ ਵਿਚਾਰ ਦਾ ਖੰਡਨ ਕਰਨ ਲਈ, ਉਸ ਨੂੰ ਨਕਾਰਨ ਲਈ ਪ੍ਰਸ਼ਨ ਕੀਤਾ ਗਿਆ। ਇਹ ਬਹੁਤ ਜ਼ਰੂਰੀ ਹੈ। ਫਿਰ ਹੁਣ ਅਗਲਾ ਮਨੁੱਖ ਸਾਨੂੰ ਜਿਸ ਵੇਲੇ ਕਹਿੰਦਾ ਹੈ ਵੀ ਅੱਛਾ ਜੇ ਤੁਸੀਂ ਕਹਿੰਦੇ ਹੋ ਵੀ ਨਹੀਂ ਜਾਂਦਾ, ਤੁਹਾਡਾ ਸਵਾਲ ਮੇਰੇ ਇਸ ਗਲਤ ਬਿਆਨ ਦੇ ਉੱਤੇ ਕੇਂਦਰਿਤ ਹੈ ਵੀ ਨਹੀਂ ਜਾਂਦਾ, ਫਿਰ ਦੱਸੋ ਕਿਵੇਂ ਜਾਂਦਾ, ਕਿਹੜਾ ਰਾਹ ਜਾਂਦਾ ਹੈ। ਫਿਰ ਉਹ ਮਨੁੱਖ ਜਿਹੜੇ ਸਵਾਲ ਕੀਤਾ ਹੁੰਦਾ ਉਹ ਰਾਹ ਦੱਸਦਾ। ਗੁਰਬਾਣੀ ਜਿਹੜੀ ਉਹ ਇੱਕ ਸੰਵਾਦ ਹੈ। ਸੰਵਾਦ ਦਾ ਮਤਲਬ ਅਸੀਂ ਸਮਝ ਸਕਦੇ ਹਾਂ ਵੀ ਇੱਕ ਗੱਲਬਾਤ ਹੈ ਕਿਸੇ ਨੁਕਤੇ ਨੂੰ ਪ੍ਰਗਟ ਕਰਨ ਵਾਸਤੇ। ਗੁਰਬਾਣੀ ਵਿੱਚ ਐਸੇ ਵੀ ਸ਼ਬਦ ਆਉਂਦੇ ਨੇ ਜਿੱਥੇ ਸਤਿਗੁਰੂ ਆਪ ਹੀ ਪ੍ਰਸ਼ਨ ਕਰਨਗੇ, ਆਪ ਹੀ ਉਸ ਦਾ ਅੱਗੇ ਉੱਤਰ ਦੇਣਗੇ। ਉਹਨੂੰ ਅਸੀਂ ਕਹਿੰਦੇ ਸੰਵਾਦਕ ਸ਼ਬਦ ਨੇ। ਜਿਸ ਵੀ ਸ਼ਬਦ ਵਿੱਚ ਸਵਾਲ ਹੈ ਜਾਂ ਜਵਾਬ ਹੈ, ਸਮਝੋ ਸੰਵਾਦਕ ਸ਼ਬਦ ਹੈ। ਉੱਥੇ ਸਤਿਗੁਰੂ ਮਹਾਰਾਜ ਇੱਕ ਡਿਬੇਟ ਸਿਰਜਦੇ ਨੇ। ਉਸ ਸੰਵਾਦ ਦੇ ਵਿੱਚੋਂ ਜੋ ਨਿਚੋੜ ਨਿਕਲਣਾ ਸਤਿਗੁਰੂ ਉਹ ਸਾਨੂੰ ਸਮਝਾਉਣਾ ਚਾਹੁੰਦੇ ਨੇ। ਇੱਕ ਤਕਨੀਕ ਹੈ, ਇੱਕ ਜੁਗਤ ਹੈ ਆਪਣੇ ਉਪਦੇਸ਼ ਨੂੰ ਐਕਸਪਲੇਨ ਕਰਨ ਦੀ, ਆਪਣੀ ਗੱਲਬਾਤ ਦੀ ਵਿਆਖਿਆ ਕਰਨ। ਜਿਵੇਂ ਅਮੂਮਨ ਬਾਬਾ ਫਰੀਦ ਸਾਹਿਬ ਜੀ ਦੇ ਆਪਾਂ 2 ਸ਼ਲੋਕ ਪੜ੍ਹਦੇ ਹਾਂ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੈ ਕੰਤ। ਪ੍ਰਸ਼ਨ ਹੀ ਪ੍ਰਸ਼ਨ ਹੈ, ਸਵਾਲ ਹੀ ਸਵਾਲ ਹੈ। ਸਵਾਲ ਕੀਤਾ ਕਿੰਨੇ ਹੈ? ਬਾਬਾ ਫਰੀਦ ਸਾਹਿਬ ਜੀ ਨੇ ਖੁਦ। ਹੁਣ ਇਸੇ ਹੀ ਸ਼ਲੋਕ ਦੇ ਨਾਲ ਇੱਕ ਹੋਰ ਸ਼ਲੋਕ ਹੈ। ਹੁਣ ਜੇ ਇਕੱਲਾ ਸ਼ਲੋਕ ਪੜ੍ਹੀਏ ਪਹਿਲਾ ਤੇ ਗੱਲ ਕਿਸੇ ਸਿਰੇ ਨਹੀਂ ਲੱਗਣੀ, ਕਿਉਂਕਿ ਇਹਦੇ ਨਾਲ ਇੱਕ ਹੋਰ ਸ਼ਲੋਕ ਅਟੈਚਡ ਹੈ, ਜੁੜਿਆ ਹੋਇਆ ਹੈ।
ਤੇ ਉਹ ਜਿਸ ਵੇਲੇ ਆਪਾਂ ਪੜਾਂਗੇ, ਨਿਮਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਾਸਿਆ ਵੀ ਕੰਤ। ਡਿਬੇਟ ਪੂਰੀ ਹੋਈ, ਸੰਵਾਦ ਮੁਕੰਮਲ ਹੋ ਗਿਆ। ਹੋਰ ਵੇਖੋ, ਗੁਰੂ ਨਾਨਕ ਮਹਾਰਾਜ ਦੀ ਬਾਣੀ ਨੂੰ ਪੜ੍ਹੀਏ, ਜਪ ਬਾਣੀ, ਆਪਾਂ ਅਦਬ ਨਾਲ ਜਪਜੀ ਸਾਹਿਬ ਆਖਦੇ ਹਾਂ। ਗਰੀਬ ਨਵਾਜ ਕੀ ਕਹਿੰਦੇ ਨੇ? ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾੜ। ਹੁਣ ਪ੍ਰਸ਼ਨ, ਦੋ ਸਵਾਲ ਨੇ ਇੱਕ ਹੀ ਪੰਕਤੀ ਵਿੱਚ। ਕਿਹਨੇ ਕੀਤੇ ਨੇ ਸਵਾਲ? ਬਾਣੀ ਗੁਰੂ ਨਾਨਕ ਮਹਾਰਾਜ ਦੀ। ਸਵਾਲ ਕਰਨ ਵਾਲਾ ਕੌਣ ਹੈ? ਖੁਦ ਗੁਰੂ ਨਾਨਕ ਸਾਹਿਬ। ਕਿਉਂਕਿ ਉਹਨਾਂ ਨੇ ਜਿਹੜੀ ਗੱਲ, ਇਹ ਸਵਾਲ ਕਿਉਂ ਹੈ? ਸਾਡੇ ਅੰਦਰ ਇੱਕ ਜਗਿਆਸਾ ਪੈਦਾ ਕਰਨ ਲਈ, ਭੁੱਖ ਪੈਦਾ ਕਰਨ ਲਈ ਵੀ ਕੀ ਸੱਚਮੁੱਚ ਅਸੀਂ ਜਾਣਦੇ ਹਾਂ ਵੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾੜੇ। ਜਗਿਆਸਾ ਸਾਡੇ ਅੰਦਰ ਉਪਜੇ, ਫਿਰ ਉਸ ਜਗਿਆਸਾ ਦਾ ਹੱਲ ਕੀ ਹੈ? ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਹੁਣ ਇਹ ਪ੍ਰਸ਼ਨ ਜਿਹੜਾ ਹੈ, ਇਹ ਸੰਵਾਦਕ ਸ਼ਬਦ, ਦੋਵੇਂ ਪੰਕਤੀਆਂ ਜਿਹੜੀਆਂ ਨੇ ਇੱਕ ਸੰਵਾਦ। ਸਵਾਲ ਕੀਤਾ ਗਿਆ, ਰਾਵਨ ਲਾਲਨ ਰਾਵਿਆ ਕਵਨ ਗਤੀਰੀ, ਸਖੀ ਮੁਝੈ ਸਖੀ ਬਤਾਵੋ ਮੁਝੈ ਮਤੀਰੀ, ਸੂਹਬ ਸੂਹਬ ਸੂਹਬੀ ਆਪਣੇ ਪ੍ਰੀਤਮ ਕੈ ਹੋਂ ਰੰਗ ਰਤੀ। ਹੁਣ ਤੁਸੀਂ ਉਹ ਸਾਰੇ ਸ਼ਬਦ ਨੂੰ ਪੜ੍ਹੋ, ਜਿਵੇਂ ਦੋ ਸਹੇਲੀਆਂ ਆਪਸ ਵਿੱਚ ਸਵਾਲ ਜਵਾਬ ਕਰਦੀਆਂ ਨੇ। ਇਸ ਲਹਿਜ਼ੇ ਵਿੱਚ, ਇਸ ਜੁਗਤ ਵਿੱਚ ਮਹਾਰਾਜ ਨੇ ਸਮੁੱਚੇ ਸ਼ਬਦ ਦੀ ਰਚਨਾ ਕੀਤੀ। ਤੋ ਇੱਕ ਪੈਟਰਨ ਨੇ ਵੱਖਰੇ ਵੱਖਰੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਇੱਕ ਤਾਂ ਹੈ ਨਾਰਮਲ ਕੁਐਸਚਨ, ਸਵਾਲ, ਇੱਕ ਜਗਿਆਸਾ ਭਾਵ ਨੂੰ ਮੁੱਖ ਰੱਖ ਕੇ ਕੀਤਾ ਗਿਆ ਤੇ ਫਿਰ ਉਹਦੇ ਵਿੱਚੋਂ ਅੱਗੇ ਉੱਤਰ ਦਿੱਤਾ ਗਿਆ। ਇੱਕ ਸਵਾਲ ਗੁਰਬਾਣੀ ਦੇ ਵਿੱਚ ਆਉਂਦਾ ਜਿਹੜਾ ਸਿੱਧਾ ਸਵਾਲ ਕੀਤਾ ਤੇ ਸਵਾਲ ਦਾ ਰੁਖ ਇਹ ਹੈ ਵੀ ਉਹ ਕਿਸੇ ਚੀਜ਼ ਤੇ ਕਟਾਕਸ਼ ਕਰਦਾ, ਜਿਵੇਂ ਕਿ ਸ਼ਬਦ ਵਿੱਚ ਇੱਥੇ ਭਗਤ ਜੀ ਨੇ ਜਗਿਆਸਾ ਭਾਵ ਵੀ ਨਾਲ ਪ੍ਰਗਟ ਕੀਤਾ, ਨਾਲ ਕਟਾਕਸ਼ ਵੀ ਕੀਤਾ। ਸਵਾਲ ਕਿਹਨਾਂ ਦੇ ਉੱਤੇ ਕੀਤਾ? ਜਿਹੜੇ ਮੰਨਦੇ ਸਨ ਜੁਗ ਜੁਗ ਆਪੋ ਆਪਣਾ ਧਰਮ ਹੈ, ਜਿਹੜੇ ਮੰਨਦੇ ਸਨ ਸਤਯੁਗ ਵਿੱਚ ਇਵੇਂ ਮੁਕਤ ਹੋਇਆ ਜਾ ਸਕਦਾ, ਤ੍ਰੇਤੇ 'ਚ ਇਵੇਂ, ਦੁਆਪਰ 'ਚ ਇਵੇਂ, ਕਲਯੁਗ 'ਚ ਇਵੇਂ। ਜਿਹੜੇ ਕਹਿੰਦੇ ਸਨ ਤੀਰਥ ਤੇ ਇਸ਼ਨਾਨ ਕਰਨ ਨਾਲ ਪਾਪ ਲਹਿ ਜਾਂਦਾ ਹੈ, ਜਿਹੜੇ ਆਖਦੇ ਸਨ ਆ ਯੱਗ ਆਦਿਕ ਕਰਨ ਨਾਲ ਮੁਕਤੀ ਹੁੰਦੀ ਹੈ, ਸਵਰਗ ਮਿਲਦਾ ਹੈ, ਇਤਿਆਦਿਕ। ਉਹ ਸਾਰੇ ਉਹਨਾਂ ਨੂੰ ਪੁੱਛਦੇ ਨੇ, ਪਾਰ ਕੈਸੇ ਪਾਏ ਬੋਰੇ, ਮੋਸੋ ਕੋਊ ਨਾ ਕਹਿ ਸਮਝਾਏ, ਜਾਤੇ ਆਵਾ ਗਵਨ ਬਿਲਾਏ। ਹੁਣ ਆਪਾਂ ਕੱਲ ਦੇ ਦੀਵਾਨ ਵਿੱਚ ਸ਼ਬਦ ਦੇ ਉਹ ਪਹਿਲੇ 4 ਬੰਦ ਵਿਚਾਰੇ ਨੇ। ਚੌਥਾ ਬੰਦ ਸੀ ਬਾਹਰ ਉਦਕ ਪਖਾਰੀਆ। ਉਦਕ ਪਾਣੀ ਨੂੰ ਕਹਿੰਦੇ ਨੇ। ਬਾਹਰ ਦੇਹੀ ਦਾ ਬਾਹਰਲਾ ਹਿੱਸਾ, ਸਰੀਰ ਦਾ ਜਿਹੜਾ ਅਸੀਂ ਦੇਹੀ ਨੂੰ ਧੋਨੇ ਪਾਣੀ ਨਾਲ। ਪਖਾਰੀਏ ਦਾ ਮਤਲਬ ਹੁੰਦਾ ਧੋਣਾ, ਸਾਫ਼ ਕਰਨਾ। ਘਟ ਭੀਤਰ ਵਿਵਿਧ ਵਿਕਾਰ। ਘਟ ਕਹਿੰਦੇ ਨੇ ਹਿਰਦੇ ਨੂੰ। ਹਰ ਚੀਜ਼ ਦਾ ਆਪਣਾ ਇਫੈਕਟ ਹੈ ਨਾ। ਪਾਣੀ ਦਾ ਆਪਣਾ ਇਫੈਕਟ ਹੈ। ਪਾਣੀ ਬੋਡੀ ਤੱਕ ਸੀਮਤ ਹੈ। ਪਾਣੀ ਜਿਹੜਾ ਹੈ ਉਹ ਤੁਹਾਡੀ ਸੁਰਤ ਨੂੰ ਤਬਦੀਲ ਨਹੀਂ ਕਰ ਸਕਦਾ, ਮਨ ਦੀ ਅਵਸਥਾ ਨਹੀਂ ਬਦਲ ਸਕਦਾ। ਜੇ ਮਨ ਦੀ ਅਵਸਥਾ ਨੂੰ ਬਦਲ ਸਕਦਾ ਹੁੰਦਾ ਤਾਂ ਗੁਰੂ ਸਾਹਿਬ ਬਾਣੀ ਵਿੱਚ ਇਹ ਵਾਕ ਜਿਹੜਾ ਲਿਖਦੇ ਨੇ, ਇਹਦਾ ਵੀ ਸਾਨੂੰ ਭਾਵ ਸਮਝਣਾ ਪਏਗਾ। ਸਾਧ ਭੜੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਵੀ ਜੇ ਚੋਰ ਨੂੰ ਕਿਸੇ ਤੀਰਥ ਉੱਤੇ ਚੁੱਭੀ ਲਵਾ ਦਿੱਤੀ ਜਾਵੇ ਤੇ ਕੀ ਉਹ ਸਾਧ ਬਣ ਜਾਂਦਾ? ਇੰਨੀ ਗੱਲ ਨਾਲ ਨਹੀਂ ਬਣਦਾ। ਜੇ ਕੋਈ ਨੇਕ ਅਮਲ ਕਰਨ ਵਾਲਾ ਮਨੁੱਖ ਜਿਹੜਾ ਮੰਨ ਲਓ ਤੀਰਥ ਤੇ ਨਹੀਂ ਗਿਆ, ਤਾਂ ਉਹਨੂੰ ਕੋਈ ਕਵੇ ਇਹ ਚੋਰ ਹੈ, ਕਿਉਂਕਿ ਤੀਰਥ ਤੇ ਨਹੀਂ ਗਿਆ ਇਸ ਕਰਕੇ ਚੋਰ ਹੈ। ਇਹ ਦਲੀਲ ਢੁਕਵੇਂ ਹੀ ਨਹੀਂ ਹੋਏਗੀ। ਬਾਹਰ ਧੋਤੀ ਤੁੰਮੜੀ, ਅੰਦਰ ਵੇਸ ਨਕੋਰ। ਹੁਣ ਉਦਾਹਰਨਾਂ ਗੁਰੂ ਸਾਹਿਬ ਜੀ ਨੇ, ਲੌਕੀ 68 ਤੀਰਥ ਨਹਾਈ, ਕੌਰਾ ਪਨ ਤਊ ਨਾ ਜਾਈ। ਹੁਣ ਇਹ ਇਕੱਲਾ ਸਰੀਰ ਕਰਕੇ ਇਸ਼ਨਾਨ ਕਰਨ ਦੇ ਉੱਤੇ ਹੀ ਨਹੀਂ ਢੁਕਦੀ ਗੱਲ। ਗੱਲ ਹੈ ਵੀ ਜਿਹੜਾ ਕੰਮ ਅਸੀਂ ਫਿਜ਼ੀਕਲੀ ਕਰਦੇ ਹਾਂ, ਜੇ ਅਸੀਂ ਮਨ ਕਰਕੇ ਕੋਈ ਗੁਣ ਗ੍ਰਹਿਣ ਨਹੀਂ ਕਰਦੇ, ਕੋਈ ਚੰਗਿਆਈ ਗ੍ਰਹਿਣ ਨਹੀਂ ਕਰਦੇ। ਕਈ ਵਾਰ ਅਸੀਂ ਚੰਗਾ ਕੰਮ ਵੀ ਕਰਦੇ ਹਾਂ ਸਰੀਰ ਨਾਲ। ਐਸੀ ਗੱਲ ਨਹੀਂ ਵੀ ਅਸੀਂ ਚੰਗਾ ਕੰਮ ਨਹੀਂ ਕਰਦੇ, ਵੀ ਇਕੱਲੇ ਕਰਮਕਾਂਡ ਹੀ ਥੋੜ੍ਹਾ ਕਰਦਾ ਮਨੁੱਖ ਸਰੀਰ ਨਾਲ। ਕਈ ਵਾਰ ਚੰਗੇ ਦਿਸਣ ਵਾਲੇ ਕੰਮ ਵੀ ਸਰੀਰ ਨਾਲ ਕਰਦਾ। ਪਰ ਚੰਗਾ ਕੰਮ ਗਿਣਤੀ ਮਾਤਰ ਕਰਕੇ, ਵਿਖਾਵੇ ਮਾਤਰ ਕਰਕੇ, ਮਨ ਕਰਕੇ ਬੰਦਾ ਚੰਗਾ ਨਹੀਂ ਬਣ ਪਾਉਂਦਾ। ਉਹਦਾ ਅੰਤਰ ਆਤਮਾ ਜਿਹੜਾ ਡਿਵੈਲਪ ਨਹੀਂ ਹੁੰਦਾ, ਉਹ ਫਿਰ ਉੱਥੇ ਹੀ ਜਾ ਡਿੱਗਦਾ। ਫਿਜ਼ੀਕਲੀ ਚੰਗੇ ਕੰਮ ਕਰਨ ਤੋਂ ਬਾਅਦ ਵੀ ਉੱਥੇ ਚਲਿਆ ਜਾਂਦਾ ਹੈ। ਕਿਉਂ ਚਲਿਆ ਜਾਂਦਾ ਹੈ?
ਕਿਉਂਕਿ ਉਹਦੇ ਮਨ ਉੱਤੇ ਇਫੈਕਟ ਨਹੀਂ ਪੈਂਦਾ, ਉਹ ਆਪਣੇ ਮਨ ਤੇ ਸੁਰਤ ਨੂੰ ਉੱਚਿਆਂ ਨਹੀਂ ਚੁੱਕਦਾ। ਉਹ ਸੁਰਤ ਤੇ ਮਨ ਨੂੰ ਉੱਚਿਆਂ ਚੁੱਕਣਾ ਵੀ ਸਭ ਤੋਂ ਵੱਡੀ ਗੱਲ ਹੈ। ਫਿਰ ਉਸੇ ਕਾਰਨ ਕਿਹਾ ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮੈ ਨਾਸ਼। ਜਿਹੜਾ ਕਰਮ ਦਾ ਅਭਿਆਸ ਹੈ ਨਾ, ਕਰਮ ਪ੍ਰੈਕਟਿਸ ਜਿਹਨੂੰ ਆਪਾਂ ਕਹਿੰਦੇ ਆ, ਉਹ ਕਾਹਦੇ ਵਾਸਤੇ ਹੈ? ਸੁਰਤ ਨੂੰ ਮਨ ਨੂੰ ਉੱਚਾ ਲਿਜਾਣ ਵਾਸਤੇ, ਉੱਚਾ ਲਿਜਾਣ ਵਾਸਤੇ। ਇਹ ਤਾਂ ਉਵੇਂ ਆ ਵੀ ਹੁਣ ਜਿਵੇਂ ਕੋਈ ਪੌੜੀ ਲੱਗੀ ਹੋਈ ਹੈ ਛੱਤ ਤੇ ਚੜ੍ਹਨ ਲਈ, ਕੋਈ ਪੌੜੀ ਤੇ ਹੀ ਬੈਠਾ ਰਵੇ ਤੇ ਉਹਨੂੰ ਆਪਾਂ ਕਹਾਂਗੇ ਨਾ ਵੀ ਤੂੰ ਕਿਸੇ ਪਾਸੇ ਲੱਗ, ਵੀ ਤੂੰ ਅੱਧ ਵਿਚਕਾਰ ਖੜਾ ਤਾਂ ਚੜ੍ਹ ਜਾ, ਜੇ ਚੜ੍ਹਨਾ ਚਾਹੁੰਦਾ ਹੈ ਤੇ ਤਾਂ ਚੜ੍ਹ, ਸਟੈਪ ਲੈ 4 ਤੇ ਛੱਤ ਤੇ ਚੜ੍ਹ ਜਾ। ਪਰ ਜਿਹੜਾ ਬੰਦਾ ਪੌੜੀ ਵਿੱਚ ਹੀ ਅਟਕਿਆ ਰਹੇ, ਕਿਸੇ ਸਿਰੇ ਨਾ ਲੱਗੇ, ਉਸ ਨੂੰ ਆਪਾਂ ਕਹਿੰਦੇ ਵੀ ਹੁਣ ਤੂੰ ਅੱਧ ਤੱਕ ਗਿਆ ਵੀ ਆ ਤੇ ਭੋਰਾ ਹੋਰ ਯਤਨ ਕਰ ਤਾਂ ਚੜ੍ਹ, ਮਗਰ ਹੋਰ ਵੀ ਨੇ ਚੜ੍ਹਨ ਵਾਲੇ। ਜਿਹੜਾ ਕਰਮ ਹੈ, ਕਰਮ ਇੱਕ ਪੌੜੀ ਹੈ, ਕਰਮ ਇੱਕ ਸਾਧਨ ਹੁੰਦਾ ਹੈ। ਤੇ ਕਈ ਵਾਰ ਸਾਧਨਾ ਨੂੰ ਹੀ ਲੋਕ, ਦੁਨੀਆ ਜਿਹੜੀ ਉਹ ਮੰਜ਼ਿਲ ਮਿੱਥ ਕੇ ਬੈਠ ਜਾਂਦੀ ਹੈ। ਉਹ ਸਾਧਨਾ ਦਾ ਗਰੂਰ ਪੈਦਾ ਹੋ ਜਾਂਦਾ ਹੈ, ਸਾਧਨ ਹੰਕਾਰ ਤੇ ਈਗੋ ਪੈਦਾ ਕਰ ਦਿੰਦੇ ਨੇ। ਸਾਧਨ ਮਨੁੱਖ ਦੇ ਅੰਦਰ ਇਹ ਭਰਮ ਪੈਦਾ ਵੀ ਕਰ ਸਕਦੇ ਨੇ ਵੀ ਮੇਰੇ ਤੋਂ ਵੱਡਾ ਦੁਨੀਆ ਵਿੱਚ ਧਰਮੀ ਕੋਈ ਨਹੀਂ, ਕਿਉਂਕਿ ਮੈਂ ਇਹ ਕੰਮ ਕਰਦਾ। ਪਰ ਜਦੋਂ ਧਰਮ ਜੀਵਨ ਵਿੱਚ ਆ ਜਾਂਦਾ ਹੈ, ਜੇ ਮਨੁੱਖ ਇਹ ਮਿੱਥ ਲਏ ਵੀ ਇਹ ਕੇਵਲ ਟੂਲ ਨੇ, ਇਹਨਾਂ ਨੂੰ ਯੂਜ਼ ਕੀਤਾ ਜਾਣਾ, ਪਹੁੰਚਣਾ ਕਿੱਥੇ ਹੈ, ਜਾਣਾ ਕਿੱਥੇ ਹੈ, ਮੰਜ਼ਿਲ ਕੀ ਹੈ, ਫਿਰ ਮਨੁੱਖ ਦੇ ਅੰਦਰ ਉਹ ਕਰਮ ਗਰੂਰ ਪੈਦਾ ਨਹੀਂ ਕਰਦਾ, ਹੰਕਾਰ ਪੈਦਾ ਨਹੀਂ ਕਰਦਾ। ਫਿਰ ਉਹਨੂੰ ਪਤਾ ਵੀ ਇਹ ਮਹਿਜ਼ ਇੱਕ ਪ੍ਰੈਕਟਿਸ ਹੈ, ਇੱਕ ਟੂਲ ਹੈ, ਜਾਣਾ ਤੇ ਕਿਤੇ ਹੋਰ ਹੈ, ਪਹੁੰਚਣਾ ਤੇ ਕਿਤੇ ਹੋਰ ਹੈ। ਹੁਣ ਜਿਸ ਵੇਲੇ ਫਿਰ ਉਹਨੂੰ ਸਮਝ ਪੈ ਗਈ ਮੇਰੀ ਮੰਜ਼ਿਲ ਕੀ ਹੈ, ਫਿਰ ਉਹਨੂੰ ਲੱਗੇਗਾ ਵੀ ਇਹਨਾਂ ਦਾ ਕਾਹਦਾ ਗਰੂਰ ਹੈ, ਇਹ ਤਾਂ ਪ੍ਰੈਕਟਿਸ ਲਈ ਨੇ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੈ ਕਰਮੈ ਨਾਸ। ਉਦਾਹਰਣ ਕਿੱਡੀ ਬਾਕਮਾਲ ਦਿੱਤੀ, ਕਹਿੰਦੇ ਘ੍ਰਿਤ ਕਾਰਨ ਦਧ ਮਥੈ ਸਿਆਣ, ਜੀਵਨ ਮੁਕਤ ਸਦਾ ਨਿਰਵਾਣ। ਬਾਬਾ ਰਵਿਦਾਸ ਸਾਹਿਬ ਮਹਾਰਾਜ ਫਰਮਾਉਂਦੇ ਨੇ, ਕਹਿਣ ਲੱਗੇ ਰਵ ਪ੍ਰਗਾਸ ਰਜਨੀ ਜਥਾ ਗਤ ਜਾਨਤ ਸਭ ਸੰਸਾਰ। ਰਵ ਸੂਰਜ ਨੂੰ ਕਹਿੰਦੇ ਨੇ, ਪ੍ਰਗਾਸ ਚਾਨਣ ਨੂੰ ਕਹਿੰਦੇ ਨੇ। ਸੂਰਜ ਦਾ ਚਾਨਣ ਹੋ ਜਾਂਦਾ ਹੈ ਰਜਨੀ ਜਥਾ, ਰਜਨੀ ਮਤਲਬ ਰਾਤ, ਹਨੇਰਾ। ਗਤ ਜਾਨਤ ਸਭ ਸੰਸਾਰ, ਕਹਿੰਦੇ ਸਾਰਾ ਸੰਸਾਰ ਇਹ ਹਾਲਤ, ਇਸ ਪ੍ਰੋਸੈਸ ਨੂੰ ਸਮਝਦਾ ਹੈ ਕਿ ਜਦੋਂ ਸੂਰਜ ਚੜ੍ਹ ਜਾਂਦਾ ਹੈ ਤੇ ਹਨੇਰਾ ਲੋਪ ਹੋ ਜਾਂਦਾ, ਯਾਨੀ ਕਿ ਚਾਨਣ ਦੇ ਸਾਹਮਣੇ ਹਨੇਰਾ ਟਿਕਦਾ ਨਹੀਂ। ਇਹਦਾ ਭਾਵ ਕੀ ਹੈ? ਕਹਿੰਦੇ ਜਦੋਂ ਅੰਤਰ ਆਤਮੇ ਵਿੱਚ ਮਨੁੱਖ ਦੇ ਵਿਵੇਕ ਪੈਦਾ ਹੋ ਜਾਏ। ਚਾਨਣ ਕੀ ਹੈ? ਵਿਵੇਕ, ਜਿਸ ਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨਾ, ਕਉ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਵਿਵੇਕੋ। ਵਿਵੇਕ ਜਿਹੜਾ ਹੈ ਉਹ ਆਤਮ ਚਿੰਤਨ ਨਾਲ ਆਉਂਦਾ। ਵਿਵੇਕ ਕੋਈ ਐਸੀ ਪਈ ਹੋਈ ਚੀਜ਼ ਨਹੀਂ ਵੀ ਜਿਹੜਾ ਤੁਹਾਡੇ ਅੰਦਰ ਪੈਦਾ ਹੋ ਜਾਏ। ਔਰ ਕਿੱਡੀ ਬਾਕਮਾਲ ਸਾਡੇ ਸਾਹਮਣੇ ਉਦਾਹਰਣ ਹੈ, ਪੀੜ੍ਹੀ ਦਰ ਪੀੜ੍ਹੀ। ਕਿਉਂਕਿ ਬਾਬਾ ਰਵਿਦਾਸ ਸਾਹਿਬ ਜੀ ਵੀ ਬਨਾਰਸ ਦੇ ਨੇੜੇ ਹੀ, ਜਾਂ ਬਨਾਰਸ ਦੇ ਹੀ ਜੰਮਪਲ ਨੇ, ਬਿਲਕੁਲ ਨਾਲ ਉਹਨਾਂ ਦਾ ਛੋਟਾ ਜਿਹਾ ਪਿੰਡ ਸੀ। ਤੇ ਬਾਬਾ ਕਬੀਰ ਸਾਹਿਬ ਤਾਂ ਜੰਮਪਲ ਹੀ ਬਨਾਰਸ ਦੇ ਨੇ, ਜਿਹਨੂੰ ਆਪਾਂ ਕਾਂਸ਼ੀ ਕਹਿੰਦੇ। 7 ਪੁਰੀਆਂ ਨੇ ਭਾਰਤ ਦੇ ਵਿੱਚ ਸਨਾਤਨੀ ਵਿਚਾਰਧਾਰਾ ਵਾਲੇ, ਉਹਨਾਂ ਚੋਂ ਇੱਕ ਪਵਿੱਤਰ ਪੁਰੀ ਕਾਂਸ਼ੀ ਹੈ, ਬਨਾਰਸ। ਔਰ ਜਿੰਨੇ ਵਿਦਵਾਨ ਧੁਰੰਤਰ ਵੇਦਾਂ, ਸਿਮਰਤੀਆਂ, ਸ਼ਾਸਤਰਾਂ, ਉਪਨਿਸ਼ਦਾਂ, ਇਹਨਾਂ ਸਾਰੇ ਗ੍ਰੰਥਾਂ ਦੇ ਇਸ ਧਰਤੀ ਦੇ ਉੱਤੇ ਨੇ, ਧੁਰੰਤਰ ਵਿਦਵਾਨ। ਕਰਮ ਕਾਂਡਾਂ ਦਾ ਗੜ੍ਹ ਹੈ ਨਗਰ। ਹੁਣ ਜ਼ਰਾ ਸੋਚ ਕੇ ਵੇਖੋ, ਕਬੀਰ ਸਾਹਿਬ, ਬਾਬਾ ਰਵਿਦਾਸ ਸਾਹਿਬ ਇੱਕ ਐਸੇ ਪਰਿਵਾਰਕ ਮਾਹੌਲ ਵਿੱਚ ਪੈਦਾ ਹੋਏ ਨੇ ਵੀ ਇਹਨਾਂ ਨੂੰ ਪੀੜ੍ਹੀ ਦਰ ਪੀੜ੍ਹੀ ਇਹਨਾਂ ਦੇ ਪੁਰਖਿਆਂ ਨੇ ਸ਼ਾਇਦ ਕਿਤੇ ਵੇਦ ਵੇਖਿਆ ਵੀ ਨਾ ਹੋਵੇ ਵੀ ਕਿਹੜੀ ਭਾਸ਼ਾ 'ਚ ਹੁੰਦਾ, ਕਿਹੜੀ ਲੈਂਗੁਏਜ 'ਚ ਹੁੰਦਾ, ਉਹ ਕਿਵੇਂ ਦਾ ਹੁੰਦਾ, ਉਹਦਾ ਮੰਤਰ ਕੀ ਕਹਿੰਦਾ, ਕਿਹਦਾ ਲਿਖਿਆ, ਇੰਨੀ ਆਮ ਸਧਾਰਨ ਬੰਦੇ ਨੂੰ ਕਿੱਥੇ ਪਤਾ ਹੁੰਦਾ। ਤੇ ਫਿਰ ਅਜਿਹੇ ਲੋਕ ਜਿਨ੍ਹਾਂ ਤੇ ਹੋਣ ਹੀ ਪਾਬੰਦੀਆਂ ਵੀ ਇਹ ਤਾਂ ਪੜ੍ਹ ਸਕਦੇ ਨੇ, ਨਾ ਸੁਣ ਸਕਦੇ, ਨਾ ਮੰਦਰ ਜਾ ਸਕਦੇ, ਨਾ ਉੱਚੀ ਬਰਾਦਰੀ ਵਾਲੇ ਨਾਲ ਬਹਿ ਸਕਦੇ ਨੇ, ਬਸ ਆਪਣੇ ਉਹਨੇ ਇੱਕ ਦਾਇਰੇ ਵਿੱਚ ਹੀ ਵਿਚਰਨਾ ਹੋਵੇ ਤੇ ਹਮੇਸ਼ਾ ਜ਼ਿੱਲਤ ਸਹਿਣੀ ਹੋਵੇ ਵੱਡੇ ਅਮੀਰ ਲੋਕਾਂ ਦੀ, ਉੱਚੀਆਂ ਜਾਤਾਂ ਵਾਲਾ। ਆਪਾਂ ਸਮਝਦੇ ਹਾਂ ਪੰਜਾਬ ਵਿੱਚ ਗਰੀਬ ਨਵਾਜ ਨੇ ਐਸੀ ਕਿਰਪਾ ਕੀਤੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਵੀ ਜਾਤਾਂ ਪਾਤਾਂ ਦੇ ਬੰਧਨ ਏਡੇ ਪੀੜੇ ਨਹੀਂ। ਇਹਦੇ ਬਾਵਜੂਦ ਵੀ
ਇਹ ਜ਼ਹਿਰ ਪੰਜਾਬ ਦੀ ਧਰਤੀ ਤੋਂ ਅਜੇ ਤੱਕ ਗਿਆ ਨਹੀਂ, ਆਪਾਂ ਸਾਰੇ ਸਮਝਦੇ ਹਾਂ। ਘਰ ਵਿੱਚ ਨੌਕਰ ਸੀਰੀ ਰੱਖੀਦਾ, ਉਹਦੇ ਭਾਂਡੇ ਅਜੇ ਤੱਕ ਵੀ ਬਹੁਤੇ ਪਰਿਵਾਰਾਂ 'ਚ ਵੱਖਰੇ ਹੀ ਰੱਖੇ ਜਾਂਦੇ ਨੇ, ਇਸ ਕਰਕੇ ਵੀ ਸਵਾਣੀਆਂ ਨੂੰ ਰੋਜ਼ ਉਹ ਭਾਂਡੇ ਉਹਦੇ ਚੁੱਕਣੇ ਨਾ ਪੈਣ ਤੇ ਧੋਣੇ ਨਾ ਪੈਣ। ਅਮੀਰ ਜਿਹੜੇ ਬੰਦੇ ਸਨ ਉਹ ਮੰਜੇ ਤੇ ਬੈਠਦੇ ਸਨ ਤੇ ਉਹ ਥੱਲੇ ਬਹਿ ਕੇ ਰੋਟੀ ਖਾਂਦਾ ਸੀ। ਹਾਲਾਂਕਿ ਉਹ ਸਾਡੇ ਬੱਚੇ ਵੀ ਖਿਡਾ ਲੈਂਦਾ, ਘਰ ਦੇ ਸਾਰੇ ਕੰਮ ਹੀ ਕਰਦਾ ਹੈ, ਰਾਸ਼ਨ ਵੀ ਲੈ ਆਉਂਦਾ ਸੀ, ਸਾਰੇ ਕੰਮ ਅਲਾਓ ਨੇ ਉਸ ਨੂੰ। ਪਸ਼ੂ ਉਹਨੇ ਚੋਣੇ, ਦੁੱਧ ਉਹਨੇ ਚੋ ਕੇ ਫੜਾਉਣਾ, ਪਰ ਉਹ ਰੋਟੀ ਮੰਜੇ ਤੇ ਬਹਿ ਕੇ ਨਹੀਂ ਖਾ ਸਕਦਾ। ਕਾਰਨ ਉਹਨੂੰ ਅਹਿਸਾਸ ਕਰਾਉਂਦੇ ਰਹਿਣਾ ਵੀ ਇਹਦਾ ਸਟੇਟਸ ਨੀਵਾਂ ਹੈ ਸਾਡੇ ਨਾਲ, ਵੀ ਇਹ ਸਾਡੇ ਬਰਾਬਰ ਬਹਿ ਗਿਆ, ਫਿਰ ਗੱਲ ਹੀ ਕਾਹਦੀ ਰਹੀ। ਮਾਲਕ ਤੇ ਨੌਕਰ ਦਾ ਭੇਦ ਮਿਟ ਗਿਆ। ਜ਼ਰਾ ਸੋਚ ਕੇ ਵੇਖੋ, ਇਹ ਗੱਲਾਂ ਸਾਨੂੰ ਇਸ ਕਰਕੇ ਬਹੁਤੀਆਂ ਚੁਭੀਆਂ ਨਹੀਂ ਕਿਉਂਕਿ ਅਸੀਂ ਜੰਮੇ ਪਲੇ ਹੀ ਇਸ ਮਾਹੌਲ ਵਿੱਚ, ਉਹ ਵੀ ਇਸੇ ਮਾਹੌਲ 'ਚ ਜੰਮੇ ਪਲੇ, ਨਾ ਉਹਨਾਂ ਕਦੇ ਸਵਾਲ ਕੀਤਾ ਨਾ ਸਾਡੇ ਖਿਆਲ 'ਚ ਹੀ ਆਇਆ, ਕਿਉਂਕਿ ਅਸੀਂ ਯੂਜ਼ਡ ਹੋ ਗਏ ਸਾਰੇ। ਇੱਕ ਨੂੰ ਸਹਿਣ ਦੀ ਆਦਤ ਪੈ ਗਈ, ਇੱਕ ਨੂੰ ਕਰਨ ਦੀ ਆਦਤ ਪੈ ਗਈ, ਦੋਵੇਂ ਯੂਜ਼ਡ ਸਨ। ਕਿਸੇ ਦੇ ਖਿਆਲ 'ਚ ਹੀ ਨਹੀਂ ਸੀ ਆਉਂਦਾ ਵੀ ਕੋਈ ਗਲਤ ਹੋ ਰਿਹਾ, ਇਹ ਸਹੀ ਨਹੀਂ ਹੋ ਰਿਹਾ। ਹੁਣ ਉਹ ਜਿਹੜੀ ਚੀਜ਼ ਹੈ, ਪਰ ਇਹ ਸੀ ਪੰਜਾਬ ਜਿੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸੰਗਤ ਵੀ, ਹਾਲਾਂਕਿ ਇਹ ਵੀ ਸੀ ਵੀ ਪੰਗਤ ਵਿੱਚ ਬਰਾਬਰ ਹੀ ਬਹਿ ਜਾਂਦੇ ਸਨ ਸਾਰੇ, ਐਸਾ ਵੀ ਸੀ। ਧਾਰਮਿਕ ਪੰਗਤ ਲੱਗੀ ਹੋਣੀ, ਸੰਗਤ ਹੋਣੀ, ਤੇ ਉੱਥੇ ਗੁਰਦੁਆਰੇ 'ਚ ਬਰਾਬਰ ਹੀ ਸਾਰੇ ਅਜੇ ਵੀ ਬਹਿੰਦੇ। ਪਰ ਮੈਂ ਗੱਲ ਕਰ ਰਿਹਾ ਕਾਂਸ਼ੀ ਵਰਗੀ ਧਰਤੀ ਦੀ, ਬਨਾਰਸ ਵਰਗੀ ਧਰਤੀ ਦੀ, ਪੰਜਾਬ ਤੋਂ ਬਾਹਰ ਦੀਆਂ ਉਹ ਸਟੇਟਾਂ, ਉਹ ਪਿੰਡ, ਉਹ ਸ਼ਹਿਰ, ਉਹ ਨਗਰ ਜਿੱਥੇ ਕਰਮ ਕਾਂਡ ਤੇ ਜਾਤ ਪਾਤ ਦਾ ਉਹ ਬੋਲ ਬਾਲ ਹੈ ਵੀ ਜੇ ਤਥਾ ਕਥਿਤ ਜਿਸ ਨੂੰ ਅਛੂਤ ਕਿਹਾ ਗਿਆ ਹੈ, ਜਿਸ ਨੂੰ ਨੀਵਾਂ ਕਿਹਾ ਗਿਆ ਹੈ, ਉੱਚੀਆਂ ਵਰਨਾਂ ਵੱਲੋਂ, ਜਾਤਾਂ ਵੱਲੋਂ, ਜੇ ਮੰਦਰ ਦੀ ਪੌੜੀ ਤੇ ਪੈਰ ਰੱਖਦਾ ਕੁਹਰਾਮ ਮੱਚ ਜਾਂਦਾ ਸੀ। ਅੱਜ ਦੇ ਯੁੱਗ ਵਿੱਚ, ਇਸ ਸਦੀ ਵਿੱਚ ਮੀਡੀਆ 'ਚ ਖਬਰਾਂ ਆਉਂਦੀਆਂ ਨੇ ਵੀ ਇੱਕ ਬੰਦਾ ਜਿਹੜਾ ਉਹ ਮੰਦਰ ਦੇ ਵਿੱਚ ਵੜ ਗਿਆ ਤੇ ਉਸ ਦੀ ਬੜੀ ਦੁਰਦਸ਼ਾ ਕੀਤੀ ਅਗਲਿਆਂ ਨੇ, ਤੇ ਮੰਦਰ ਵੀ ਸਾਫ਼ ਕੀਤਾ, ਸ਼ੁੱਧ ਕੀਤਾ, ਸ਼ੁੱਧੀਕਰਨ ਕੀਤਾ, ਵੀ ਪਲੀਤ ਤੇ ਅਪਵਿੱਤਰ ਹੋ ਗਿਆ। ਐਸੀਆਂ ਖਬਰਾਂ ਆਉਂਦੀਆਂ ਨੇ ਵੀ ਕਿਸੇ ਪਿੰਡ ਵਿੱਚ ਗਰੀਬ ਜਾਂ ਤਥਾ ਕਥਿਤ ਜਿਸ ਨੂੰ ਨੀਵਾਂ ਵਰਨ ਕਿਹਾ ਜਾਂਦਾ, ਉਹਦੇ ਨਾਲ ਸੰਬੰਧਿਤ ਬੰਦਾ ਜਿਹੜਾ, ਉਹਦੀ ਬਰਾਤ ਸੀ ਤੇ ਉਹ ਘੋੜੀ ਤੇ ਚੜ ਗਿਆ ਪੱਗ ਬੰਨ੍ਹ ਕੇ, ਤੇ ਪਿੰਡ ਦੇ ਲੋਕਾਂ ਦਾ ਬਾਈਕਾਟ ਕੀਤਾ ਵੀ ਇਹਨੂੰ ਤਾਂ ਅਧਿਕਾਰ ਹੀ ਨਹੀਂ ਇਹ ਗੱਲ ਦਾ। ਅੱਜ ਦੇ ਯੁੱਗ ਵਿੱਚ ਤੁਸੀਂ ਜਦੋਂ ਅਸੀਂ ਮੀਡੀਆ 'ਚੋਂ ਖਬਰ ਪੜ੍ਹਦੇ ਤੇ ਸੋਚਦੇ ਹਾਂ ਅਜੇ ਵੀ ਸੰਸਾਰ ਉੱਥੇ ਜੀ ਰਿਹਾ, ਪਰ ਜੀ ਰਿਹਾ। ਉਹ ਤਾਂ ਖਬਰ ਬਣ ਗਈ। ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਖਬਰ ਬਣੀਆਂ ਹੀ ਨਹੀਂ, ਜਿਨ੍ਹਾਂ ਨੂੰ ਅਖਬਾਰ ਨੇ ਜਗ੍ਹਾ ਹੀ ਨਹੀਂ ਦਿੱਤੀ, ਕਿਉਂਕਿ ਰਿਪੋਰਟਰ ਵੀ ਉੱਚੀ ਜਾਤ ਦਾ ਹੈ, ਅਖਬਾਰ ਵਾਲਾ ਵੀ ਉੱਚੀ ਜਾਤ ਦਾ ਹੈ। ਉਹਨੇ ਕਿਹਾ ਇਹ ਵੀ ਕੋਈ ਖਬਰ ਹੈ, ਇਹ ਵੀ ਕੋਈ ਗੱਲ ਹੈ। ਇਹ ਚੀਜ਼ਾਂ ਜਿਹੜੀਆਂ ਨੇ ਕਿਉਂਕਿ ਯੂਜ਼ਡ ਨੇ ਸਾਰੇ, ਉਹਨੂੰ ਲੱਗਦਾ ਕਾਮਨ ਗੱਲ ਹੈ, ਇਹ ਨਹੀਂ ਕੋਈ ਖਬਰ। ਖਬਰ ਤਾਂ ਹੁੰਦੀ ਹੈ ਵੱਡੇ ਆਦਮੀ ਨੇ ਅੱਜ ਕੀ ਖਾਧਾ ਹੈ, ਕੀ ਪਹਿਨਿਆ ਹੈ, ਕਿੱਥੇ, ਇਹ ਖਬਰ ਹੈ। ਗਰੀਬ ਆਦਮੀ ਨਾਲ ਕੀ ਹੋਇਆ ਇਹ ਕੋਈ ਖਬਰ ਨਹੀਂ ਬਣਦੀ, ਉਹਦੇ ਨਾਲ ਤਾਂ ਸਦਾ ਹੀ ਹੁੰਦਾ ਹੈ, ਉਹ ਕੋਈ ਸੈਲੀਬ੍ਰਿਟੀ ਥੋੜ੍ਹਾ ਹੈ। ਬਸ ਇਹ ਫਰਕ ਹੈ ਵੀ ਉੱਥੇ ਪੈਮਾਨੇ, ਪੈਰਾਮੀਟਰ ਸੈੱਟ ਕਰ ਲਏ ਗਏ ਨੇ ਵੀ ਕਿਹੜੀ ਚੀਜ਼ ਸੁਣਨ ਯੋਗ ਹੈ, ਕਿਹੜੀ ਚੀਜ਼ ਪੜ੍ਹਨ ਯੋਗ ਹੈ, ਕਿਹੜੀ ਚੀਜ਼ ਦੱਸਣ ਯੋਗ ਹੈ, ਕਿਹੜੀ ਚੀਜ਼ ਲੁਕਾਉਣ ਯੋਗ ਹੈ, ਸਾਰਾ ਕੁਝ ਪੈਰਾਮੀਟਰ ਸੈੱਟ ਹੈ। ਹੁਣ ਇੱਥੇ ਬਾਬਾ ਰਵਿਦਾਸ ਸਾਹਿਬ ਜੀ ਕੀ ਕਹਿੰਦੇ ਨੇ, ਚਾਨਣ ਕਿਹੜੀ ਚੀਜ਼ ਹੈ, ਪ੍ਰਕਾਸ਼ ਕਿਹਨੂੰ ਕਿਹਾ, ਵਿਵੇਕ ਨੂੰ। ਕਬੀਰ ਸਾਹਿਬ ਗ੍ਰੰਥਾਂ ਨੂੰ ਪੜ੍ਹ ਕੇ ਭਗਤ ਨਹੀਂ ਬਣੇ, ਵਿਵੇਕ ਦੇ ਸਿਰ ਤੇ ਭਗਤ ਬਣੇ। ਬਾਬਾ ਰਵਿਦਾਸ ਸਾਹਿਬ ਨੇ ਉਹ ਗ੍ਰੰਥ ਵੇਖੇ ਵੀ ਨਹੀਂ ਹੋਣਗੇ, ਜੇ ਵੇਖੇ ਵੀ ਹੋਣ ਤੇ ਉਹਨਾਂ ਨੂੰ ਪੜ੍ਹ ਕੇ ਉਹ ਭਗਤ ਨਹੀਂ ਬਣੇ। ਜੇ ਇਸ ਤਰ੍ਹਾਂ ਹੁੰਦਾ ਤੇ ਸਾਰੇ ਪੰਡਤ ਭਗਤ ਹੀ ਹੁੰਦੇ। ਪਰ ਕਬੀਰ ਜਿੱਥੇ ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਨੇ, ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਵੀ ਸ਼ੰਕਾ ਸੁਣ ਵੇਦ ਪੁਰਾਣ, ਵੀ ਮੈਂ ਜਿੰਨਾ ਤੇਰੇ ਕੋਲੋਂ ਹੇ ਪੰਡਤ ਵੇਦ ਪੁਰਾਣ ਸੁਣੇ ਨੇ, ਸੰਸੇ ਵਧੇ ਹੀ ਨੇ, ਘਟੇ ਕੋਈ ਨਹੀਂ, ਸ਼ੱਕ ਵਧੇ ਹੀ ਨੇ। ਕਿਉਂਕਿ ਜੋ ਤੂੰ ਦੱਸਦਾ ਹੈ, ਮੈਨੂੰ ਲੱਗਦਾ ਵੀ ਜੀਵਨ ਦੀਆਂ ਉਲਝੀਆਂ ਤੰਦਾਂ ਨੂੰ ਸੁਲਝਾਉਣ ਦੀ ਇਹਨਾਂ ਵਿੱਚ ਕੋਈ ਤਾਕਤ ਨਹੀਂ ਹੈ। ਜ਼ਿੰਦਗੀ ਦਾ ਮਸਲਾ ਹੋਰ ਤਰ੍ਹਾਂ ਦਾ ਹੈ, ਸਮਾਜ ਦਾ ਮਸਲਾ ਹੋਰ ਤਰ੍ਹਾਂ ਦਾ ਹੈ, ਤੂੰ ਕੁਝ ਹੋਰ ਦੱਸਦਾ। ਤੂੰ ਉੱਥੇ ਉਹ ਬਖਸ਼ਿਸ਼ ਕਰਦੇ ਨੇ ਵੀ ਚਾਨਣ ਕੀ ਹੈ, ਵਿਵੇਕ, ਆਤਮਿਕ ਚੇਤਨਾ। ਹਨੇਰਾ ਕੀ ਹੈ, ਅਗਿਆਨਤਾ। ਕਹਿੰਦੇ ਨੇ ਸਾਰਾ ਸੰਸਾਰ ਜਾਣਦਾ ਵੀ ਚਾਨਣ ਹੋ ਜਾਏ ਤੇ ਹਨੇਰਾ ਮਿਟ ਜਾਂਦਾ ਹੈ। ਤੇ ਪਾਰ ਕੈਸੇ ਪਾਏ ਬੋਰੇ, ਜਦੋਂ ਤੁਹਾਡੇ ਅੰਦਰ ਵਿਵੇਕ ਪੈਦਾ ਹੋ ਜਾਏ, ਆਤਮ ਚਿੰਤਨ ਪੈਦਾ ਹੋ ਜਾਏ, ਭਲੇ ਬੁਰੇ ਦੀ ਪਰਖ ਦੀ ਬੁੱਧੀ ਤੁਹਾਡੇ ਅੰਦਰ ਉਪਜ ਪਵੇ, ਤਾਂ ਸਮਝੋ ਤੁਹਾਡੇ ਅੰਦਰੋਂ ਹਨੇਰਾ ਮਿਟ ਜਾਂਦਾ। ਇਹ ਤੁਹਾਡੇ ਪਾਰ ਹੋਣ ਦਾ ਸਾਧਨ ਹੈ। ਦੂਸਰੀ ਉਦਾਹਰਣ ਦਿੱਤੀ, ਕਹਿੰਦੇ ਪਾਰਸ ਮਾਨੋ ਤਾਂਬੋ ਛੂਏ ਕਨਕ ਹੋਤ ਨਹੀਂ ਬਾਹਰ। ਇੱਕ ਪੁਰਾਣੀ ਐਗਜ਼ਾਮਪਲ ਹੈ,
ਪਾਰਸ ਇੱਕ ਪੱਥਰ ਹੈ। ਕਿਹਾ ਜਾਂਦਾ ਵੀ ਜੇ ਉਹ ਲੋਹੇ ਨੂੰ ਛੂਹ ਜਾਏ ਤੇ ਉਹਨੂੰ ਸੋਨਾ ਬਣਾ ਦੇਣਾ। 8 ਧਾਤਾਂ ਨੂੰ ਸੋਨਾ ਬਣਾਉਣ ਦੀ ਤਾਕਤ ਰੱਖਦਾ। ਇੱਕ ਐਗਜ਼ੈਂਪਲ, ਇੱਕ ਉਦਾਹਰਣ ਕਹਿੰਦੇ ਨੇ, ਇਹ ਵੀ ਸਾਰੇ ਜਾਣਦੇ ਨੇ, ਪਾਰਸ ਲੋਹੇ ਨੂੰ ਛੂਹ ਜਾਏ, ਤਾਂਬੇ ਨੂੰ ਛੂਹ ਜਾਏ ਤੇ ਉਹਨੂੰ ਕੀ ਕਰ ਦਿੰਦਾ? ਕੰਚਨ, ਸੋਨਾ। ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਸੁਰਤ ਨਾਲ ਵਿਚਾਰ ਸੱਤਾ ਛੂਹ ਜਾਏ, ਸੁਰਤ ਵਿੱਚ ਵਿਚਾਰ ਸੱਤਾ ਆ ਜਾਏ, ਸੁਰਤ ਵਿੱਚ ਵਿਵੇਕ ਪੈਦਾ ਹੋ ਜਾਏ ਤਾਂ ਤੁਹਾਨੂੰ ਕੰਚਨ ਕਰ ਦਿੰਦਾ, ਸੋਨੇ ਵਰਗਾ ਬਣਾ। ਤੁਹਾਡੇ ਅੰਦਰ ਦੀ ਮੈਲ ਖਤਮ ਹੋ ਜਾਂਦੀ, ਤੁਹਾਨੂੰ ਰੀਅਲਾਈਜ਼ ਹੋ ਜਾਂਦਾ ਵੀ ਇਹ ਗਲਤ ਹੈ, ਇਹਨੂੰ ਛੱਡ ਦੇਣਾ ਚਾਹੀਦਾ। ਅੱਗੇ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ, ਪਰਮ ਪਰਸ ਗੁਰ ਭੇਟੀ ਹੈ, ਪੂਰਬ ਲਿਖਤ ਲਿਲਾਟ। ਪਰਮ ਉੱਚਾ, ਪਰਸ ਪਾਰਸ ਰੂਪ, ਜਿਹੜਾ ਤਬਦੀਲੀ ਪੈਦਾ ਕਰੇ, ਉਹਨੂੰ ਪਾਰਸ ਦੀ ਸੰਗਿਆ ਬਾਣੀ ਵਿੱਚ ਉਹਨੂੰ ਤੁਲਨਾ ਦਿੱਤੀ ਗਈ ਹੈ, ਕੰਪੇਅਰ ਕੀਤਾ ਗਿਆ। ਜਿਹੜਾ ਜਿਹਦੀ ਸੋਭਤ ਵਿੱਚ, ਜਿਹਦੀ ਸੰਗਤ ਵਿੱਚ, ਜਿਸ ਨਾਲ ਰਿਲੇਸ਼ਨ ਪੈਦਾ ਹੋ ਕੇ ਤੁਹਾਡੇ ਅੰਦਰ ਤਬਦੀਲੀ ਪੈਦਾ ਹੋ ਜਾਏ, ਉਹ ਪਾਰਸ ਹੈ। ਭਾਈ ਗੁਰਦਾਸ ਜੀ ਤਾਂ ਸਤ ਸੰਗਤ ਨੂੰ ਪਾਰਸ ਵੀ ਕਹਿੰਦੇ ਨੇ। ਕਿਉਂ? ਕਹਿੰਦੇ ਜਿੱਥੋਂ ਤਬਦੀਲੀ ਪੈਦਾ ਹੋ ਜਾਏ ਉਹ ਪਾਰਸ ਹੀ ਤੇ ਹੁੰਦਾ ਹੈ। ਜਿਵੇਂ ਪਾਰਸ ਲੋਹੇ ਨੂੰ, ਤਾਂਬੇ ਨੂੰ ਛੂਹ ਜਾਏ ਤੇ ਉਹਨੂੰ ਸੋਨਾ ਕਰ ਦਿੰਦਾ। ਇਸੇ ਤਰ੍ਹਾਂ ਗੁਰੂ ਕੀ ਹੈ? ਪਾਰਸ ਹੈ। ਪਰਮ ਪਰਸ ਗੁਰ ਭੇਟੀ ਹੈ। ਪਰ ਕਹਿੰਦੇ ਨੇ ਗੁਰੂ ਦੇ ਰਿਲੇਸ਼ਨ ਵਿੱਚ ਆਉਣਾ, ਗੁਰੂ ਦੀ ਸੋਭਤ ਵਿੱਚ ਆਉਣਾ ਵੀ ਇੱਕ ਬੜੀ ਜ਼ਿੰਦਗੀ ਦੀ ਬਖਸ਼ਿਸ਼ ਹੈ ਅਕਾਲ ਪੁਰਖ ਦੀ। ਇਹ ਕੋਈ ਜ਼ੋਰ ਜ਼ਬਰਦਸਤੀ ਨਹੀਂ। ਇਹ ਨਹੀਂ ਵੀ ਤੁਸੀਂ ਫਿਜ਼ੀਕਲੀ ਗੁਰੂ ਕੋਲ ਬਹਿ ਗਏ ਤੇ ਤੁਸੀਂ ਮਹਾਨ ਹੋ ਗਏ, ਇਸ ਤਰ੍ਹਾਂ ਨਹੀਂ ਹੋਣਾ। ਉਹ ਜਿਹੜਾ ਗੁਰੂ ਨਾਲ ਇੱਕ ਰਿਲੇਸ਼ਨ ਹੈ ਨਾ, ਇੱਕ ਸਾਂਝ ਹੈ, ਉਹ ਸਾਂਝ ਦਾ ਆਨੰਦ ਮਾਣਨਾ ਵੀ ਇੱਕ ਆਪਣੇ ਆਪ ਵਿੱਚ ਗੋਡ ਗਿਫਟ ਹੈ, ਇੱਕ ਬਖਸ਼ਿਸ਼ ਹੈ। ਉੱਥੇ ਕੋਈ ਜ਼ੋਰ, ਕੋਈ ਚਤੁਰਾਈ, ਕੋਈ ਤੁਹਾਡੀ ਕਿਸੇ ਕਿਸਮ ਦੀ, ਜਿਹਨੂੰ ਆਪਾਂ ਕਹਿੰਦੇ ਆ ਵੀ ਬੌਧਿਕ ਸਿਆਣਪ ਵੀ ਕਈ ਵਾਰ ਤੁਹਾਡੇ ਕੰਮ ਨਹੀਂ ਆਉਂਦੀ। ਉਹਨੂੰ ਇਸ ਕਰਕੇ ਪੂਰਬ ਲਿਖਤ ਲਿਲਾਟ ਲਿਖਿਆ। ਕੋਈ ਪੂਰਬਲੀ ਤੁਹਾਡੇ ਅੰਦਰ ਉਸ ਆਨੰਦ ਨੂੰ ਮਾਣਨ ਦੀ ਚਿਣਗ ਹੋਵੇ, ਕੋਈ ਤੁਹਾਡੇ ਅੰਦਰ ਕੋਈ ਉਹ ਜਗਿਆਸਾ ਭਾਵ ਹੋਵੇ, ਤਾਂ ਸਮਝੋ ਤੁਹਾਡੀ ਕਿਸਮਤ ਖੁੱਲ ਗਈ, ਸਮਝੋ ਤੁਹਾਡੇ ਭਾਗ ਉਜਲੇ ਹੋ ਗਏ। ਫਿਰ ਤੁਸੀਂ ਗੁਰੂ ਦੇ ਰਿਲੇਸ਼ਨ, ਗੁਰੂ ਦੀ ਸਾਂਝ ਨੂੰ ਮਾਣਦੇ ਹੋ, ਛੂਹ ਜਾਂਦੇ ਹੋ ਉਸ ਨਾਲ। ਤੇ ਕੀ ਹੁੰਦਾ? ਉਨ ਮਨ 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 ਹੀ ਮਿਲੇ, ਛੁਟਕਤ ਬੱਜਰ ਕਪਾਟ। ਬੱਜਰ ਕਹਿੰਦੇ ਆਪਾਂ ਵੀ ਬਿਲਕੁਲ ਕੋਈ ਦਰਵਾਜ਼ੇ ਬਾਰ ਭਿੜੇ ਹੋਏ ਹੋਣ, ਬਿਲਕੁਲ ਖੁੱਲੇ ਨਾ ਹੋਣ ਕਦੀ, ਤੇ ਉਹਨਾਂ ਨੂੰ ਖੋਲ੍ਹਣਾ ਕਿੰਨਾ ਔਖਾ ਹੁੰਦਾ ਹੈ। ਕਹਿਣ ਲੱਗੇ, ਮਨ ਉਸ ਸੁਰਤ ਦੇ ਬੱਜਰ ਕਪਾਟ, ਬੜੇ ਚਿਰਾਂ ਤੋਂ ਅੰਦਰ ਦੇ ਦਰਵਾਜ਼ੇ ਬੰਦ ਸਨ। ਜਿਹਨਾਂ ਆਪਾਂ ਕਹਿੰਦੇ ਨਾ ਕਪਾਟ ਖੁੱਲ ਗਏ, ਉਹਦਾ ਮਤਲਬ ਇਹ ਹੁੰਦਾ ਹੈ। ਕਹਿਣ ਲੱਗੇ ਉਹ ਕਿੰਨੇ ਚਿਰ ਦੇ ਸੁਰਤ ਦੇ ਦਰਵਾਜ਼ੇ, ਜਾਨੀ ਕਿ ਅੰਦਰ ਕਦੇ ਚੇਤਨਾ, ਕਦੇ ਗਿਆਨ ਪਾਇਆ ਹੀ ਨਹੀਂ ਸੀ, ਅੰਦਰ ਕੋਈ ਚੀਜ਼ ਸੁੱਟੀ ਹੀ ਨਹੀਂ ਸੀ ਐਸੀ। ਹੁਣ ਉਹ ਜਗਿਆਸਾ ਪੈਦਾ ਹੋ ਗਈ, ਹੁਣ ਅੰਦਰ ਉਹ ਤਲਬ ਉਪਜ ਪਈ, ਤੇ ਹੁਣ ਮਨ ਹੀ ਮਨ, ਉਨ ਮਨ 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 ਹੀ ਮਿਲੇ। ਜਿੱਥੇ ਹੁਣ ਵਿਸ਼ੇ ਵਿਕਾਰਾਂ ਦੀ ਅਣਹੋਂਦ ਹੋ ਜਾਏ, ਜਿੱਥੇ ਬੁਰਾਈ ਦੀ ਅਣਹੋਂਦ ਹੋਣੀ ਸ਼ੁਰੂ ਹੋ ਜਾਏ, ਉਹ ਚੀਜ਼ ਘਟਣੀ ਸ਼ੁਰੂ ਹੋ ਜਾਏ, ਨੈਗੇਟਿਵਿਟੀ, ਉਹਨੂੰ ਉਨ ਮਨ ਅਵਸਥਾ ਕਹਿੰਦੇ। ਫਿਰ ਅੱਗੇ ਫਰਮਾਇਆ, ਭਗਤ ਜੁਗਤ ਮਤ ਸਤ ਕਰੀ। ਹੁਣ ਗੁਰੂ ਦੇ ਰਿਲੇਸ਼ਨ 'ਚ ਕੀ ਦਾਤ ਮਿਲੀ? ਕਹਿਣ ਲੱਗੇ, ਪਰਮੇਸ਼ਰ ਦੀ ਇਬਾਦਤ, ਭਗਤ, ਬੰਦਗੀ, ਜਿਸ ਨੂੰ ਪਰਮੇਸ਼ਰ ਅਕਾਲ ਪੁਰਖ ਦੀ ਯਾਦ, ਸਿਮਰਨ, ਇਬਾਦਤ, ਭਗਤ, ਬੰਦਗੀ, ਕਈ ਸ਼ਬਦਾਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸ਼ਬਦ ਆਇਆ। ਵੱਖ-ਵੱਖ ਤਰੀਕਿਆਂ ਨਾਲ ਮਹਾਰਾਜ ਨੇ ਸ਼ਬਦ ਵਰਤੇ। ਭਗਤੀ, ਜੁਗਤ, ਜੁਗਤ ਮਤਲਬ ਤਕਨੀਕ, ਪ੍ਰੋਸੈਸ। ਭਗਤੀ ਦੀ ਜੁਗਤ ਜੀਵਨ ਵਿੱਚ ਆ ਗਈ, ਭਗਤੀ ਦਾ ਰਸਤਾ ਜੀਵਨ ਨੇ ਇਖਤਿਆਰ ਕਰ ਲਿਆ। ਭਗਤ ਜੁਗਤ ਮਤ ਸਤ ਕਰੀ, ਮਤ ਟਿਕਾ ਵਿੱਚ ਆ ਗਈ। ਹੁਣ ਮਤ ਸਤ ਦਾ ਮਤਲਬ ਹੁੰਦਾ ਟਿਕਾ ਚ ਆਉਣਾ। ਮਤ ਜਿਹੜੀ, ਮਤ ਦੀ ਭਟਕਣਾ ਜਿਹੜੀ ਸੀ ਅੰਦਰ, ਉਹ ਖਤਮ ਹੋ ਗਈ, ਕਿਉਂਕਿ ਖੋਟ ਹੀ ਭਟਕਾਉਂਦਾ ਹੈ ਨਾ ਮਨੁੱਖ ਨੂੰ। ਆਪਾਂ ਕੱਲ ਉਦਾਹਰਣ ਇੱਕ ਸਾਂਝੀ ਕੀਤੀ ਸੀ ਵੀ ਜਿਵੇਂ ਕੁਠਾਲੀ 'ਚ ਸੋਨਾ, ਅਸ਼ੁੱਧ ਸੋਨਾ ਜਿਹੜਾ ਹੈ, ਮਿਲਾਵਟ ਖੋਰਾ, ਉਹ ਕੁਠਾਲੀ 'ਚ ਪਾਇਆ ਭਟਕਦਾ, ਜਦੋਂ ਸ਼ੁੱਧ ਹੋ ਜਾਂਦਾ ਹੈ ਤੇ ਟਿਕ ਜਾਂਦਾ ਹੈ। ਤੋ ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਭ੍ਰਮ ਬੰਧਨ ਕਾਟ ਵਿਕਾਰ, ਵਿਕਾਰਾਂ ਦੇ ਭਰਮ ਰੂਪੀ ਬੰਧਨ ਜਿਹੜੇ ਭੁਲੇਖੇ
ਯਾਨੀ ਕਿ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਮਝਣ ਵਾਲੀ ਮਨੋਵਸਥਾ ਜਿਹੜੀ ਉਹ ਬੰਧਨ ਭਰਮ ਦੇ ਕੱਟੇ ਗਏ। ਵਿਕਾਰਾਂ ਦਾ ਪ੍ਰਭਾਵ ਹੌਲੀ ਹੌਲੀ ਮੁੱਕਣਾ ਤੇ ਖਤਮ ਹੋਣਾ ਸ਼ੁਰੂ ਹੋ ਗਿਆ। ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ। ਸੋਈ ਮਤਲਬ ਉਹ ਪਰਮੇਸ਼ਰੀ ਸੱਤਾ, ਰੱਬ, ਅਕਾਲ ਪੁਰਖ, ਸੱਚ ਸਰੂਪ ਉਹ ਮੇਰੇ ਹਿਰਦੇ ਵਿੱਚ ਵਸ ਗਿਆ। ਰਸ ਮਤਲਬ ਮੈਂ ਉਹਦਾ ਆਨੰਦ ਲੈ ਰਿਹਾ, ਉਹਨੂੰ ਮਾਣ ਰਿਹਾ, ਪਰਮੇਸ਼ਰ ਨੂੰ ਉਹਨੂੰ ਮੈਂ ਮਾਣ ਰਿਹਾ। ਜਿਵੇਂ ਬਾਬਾ ਰਾਮਾਨੰਦ ਸਾਹਿਬ ਜੀ ਕਹਿੰਦੇ ਨੇ, ਭਗਤ ਰਾਮਾਨੰਦ ਜੀ ਉਹ ਕਹਿੰਦੇ ਨੇ ਵੀ ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚੇਤਨਾ ਚਲੇ ਮਨ ਭਇਓ ਭੰਗ। ਕਹਿੰਦੇ ਉਸ ਰੱਬ ਦਾ ਆਨੰਦ ਤਾਂ ਮੈਂ ਹੁਣ ਆਪਣੇ ਆਪ ਵਿੱਚੋਂ ਮਾਣਦਾ, ਉਹਨੂੰ ਆਪਣੇ ਆਪ ਵਿੱਚੋਂ ਉਹਦੇ ਆਨੰਦ ਨੂੰ ਮਾਣਦਾ, ਉਹਦਾ ਰਸ ਲੈਣਾ, ਪਰਮੇਸ਼ਰ ਵਾਹਿਗੁਰੂ ਦਾ। ਮੈਨੂੰ ਉਹਨੂੰ ਲੱਭਣ ਲਈ ਕਿਤੇ ਦੂਰ ਨਹੀਂ ਜਾ, ਮੇਰਾ ਆਪਣਾ ਵਜੂਦ ਹੀ ਕਾਫੀ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਤੋ ਉਸ ਨੂੰ ਆਖਦੇ ਨੇ ਗੁਣ ਨਿਰਗੁਣ ਏਕ ਵਿਚਾਰ। ਉਹ ਪਰਮੇਸ਼ਰ ਜੋ ਤ੍ਰਿਹਾਂ ਗੁਣਾਂ ਤੋਂ, ਰਜੋ ਤਮੋ ਸਤੋ ਦੇ ਮਾਇਕੀ ਪ੍ਰਭਾਵ ਤੋਂ ਪਰੇ ਹੈ, ਜਿਸ ਦੀ ਹਸਤੀ ਉਹ ਮਨੋਵਸਥਾ ਨੂੰ ਮੈਂ ਮਾਣ ਰਿਹਾ, ਜਿਹੜਾ ਸਰਬ ਗੁਣ ਸੰਪੰਨ ਹੈ, ਸਰਬ ਕਲਾ ਸੰਪੰਨ ਹੈ। ਉਹ ਇੱਕ ਹੀ ਹੈ, ਸਰਵ ਵਿਆਪਕ ਹੈ, ਉਹ ਕੋਈ ਖੰਡਤ ਹਸਤੀ ਨਹੀਂ। ਜਦੋਂ ਸਤਿਗੁਰੂ ਬਾਣੀ ਚ ਕਹਿੰਦੇ ਨਾ ਉਹ ਇੱਕ ਹੈ, ਤੇ ਇਹਦਾ ਮਤਲਬ ਹੈ ਵੀ ਉਹ ਅਖੰਡ ਹੈ। ਇੱਕ ਦਾ ਮਤਲਬ ਅਖੰਡ, ਜਿਸ ਨੂੰ ਖੰਡਤ ਨਹੀਂ ਕੀਤਾ, ਜਿਸ ਨੂੰ ਟੁਕੜਿਆਂ ਚ ਵੰਡ ਕੇ ਨਹੀਂ ਵੇਖਿਆ ਜਾ ਸਕਦਾ। ਤੇ ਫਿਰ ਅਖੀਰਲੇ ਬਚਨ ਵਿੱਚ ਕਹਿੰਦੇ ਨੇ ਅਨਕ ਜਤਨ ਨਿਗ੍ਰਹਿ ਕੀਏ, ਟਾਰੀ ਨਾ ਟਰੈ ਭ੍ਰਮ ਫਾਸ। ਕਹਿੰਦੇ ਨੇ ਟਾਲਿਆਂ ਵੀ ਨਹੀਂ ਟਲਦੀ, ਹਟਾਇਆ ਵੀ ਨਹੀਂ ਹਟਦੀ, ਭਰਮ ਦੀ ਫਾਈ ਜਿਹੜੀ ਗਲ ਪਈ ਹੋਈ ਹੈ। ਅਨੇਕ ਯਤਨ ਕੀਤੇ ਨਿਗ੍ਰਹਿ ਕੀਏ, ਕਰਮ ਕਾਂਡ ਆਦਿਕ ਦੇ ਬਥੇਰੇ ਯਤਨ, ਜਿਨ੍ਹਾਂ ਦਾ ਪਹਿਲੇ ਆਪਾਂ 3-4 ਜਿਹੜੇ ਇਹ ਸ਼ਬਦ ਦੇ ਬੰਦ ਨੇ ਉਹਨਾਂ 'ਚ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਪੜ੍ਹਿਆ ਸੀ, ਉਹ ਸਾਰੇ ਯਤਨ ਹੀ ਕੀਤੇ, ਪਰ ਉਹਨਾਂ ਨਾਲ ਭਰਮ ਨਹੀਂ ਮਿਟਿਆ। ਭਰਮ ਕਿਹਨਾਂ ਨਾਲ ਮਿਟਦਾ ਹੈ? ਜਿਹੜੀਆਂ ਬਾਅਦ ਵਿੱਚ ਪੰਕਤੀਆਂ ਅੱਜ ਆਪਾਂ ਵਿਚਾਰੀਆਂ ਨੇ। ਪ੍ਰੇਮ ਭਗਤ ਨਹੀਂ ਉਪਜੈ। ਭਗਤ ਜੀ ਕਹਿੰਦੇ ਮੈਂ ਫੇਰ ਆਖਦਾ ਵੀ ਤੁਹਾਡੇ ਦੱਸੇ ਕਰਮ ਕਾਂਡੀ ਰਾਹ ਦੇ ਉੱਤੇ ਚੱਲ ਕੇ ਪਰਮੇਸ਼ਰ ਦੀ ਪ੍ਰੇਮ ਸਰੂਪ ਭਗਤੀ ਹਿਰਦੇ ਵਿੱਚ ਨਹੀਂ ਵਸ ਸਕਦੀ। ਇਵੇਂ ਪ੍ਰੇਮ ਭਗਤੀ ਦਾ ਰਾਹ ਮਨੁੱਖ ਨੂੰ ਨਹੀਂ ਆਉਂਦਾ। ਨਾ ਹੀ ਜੀਵਨ ਦੀਆਂ ਉਲਝਣਾਂ ਸੁਲਝਦੀਆਂ ਨੇ, ਨਾ ਹੀ ਮਨੁੱਖ ਅੰਦਰ ਆਤਮਿਕ ਵਿਵੇਕ ਤੇ ਚਿੰਤਨ ਪੈਦਾ ਹੁੰਦਾ ਹੈ, ਨਾ ਗਿਆਨਤਾ ਹਟਦੀ ਹੈ, ਨਾ ਭਰਮ ਮਿਟਦਾ ਹੈ, ਨਾ ਸੱਚ ਝੂਠ ਦੀ ਪਰਖ ਸਮਝ ਵਿੱਚ ਆਉਂਦੀ ਹੈ। ਤਾਂ ਤੇ ਰਵਿਦਾਸ ਉਦਾਸ, ਤਾਂ ਰਵਿਦਾਸ ਉਪਰਾਮ ਹੈ ਤੁਹਾਡੇ ਕਰਮ ਕਾਂਡਾਂ ਤੋਂ, ਕਿਉਂਕਿ ਇਹ ਫੋਕਟ ਹੈ, ਇਹ ਵਿਅਰਥ ਹੈ। ਤੋ ਭਗਤ ਜੀ ਨੇ ਜਿਹੜਾ ਰਾਹ ਦੱਸਿਆ ਉਹ ਬੜਾ ਬਾ ਕਮਾਲ ਹੈ। ਉਹ ਹੈ ਗੁਰੂ ਦੀ ਸੋਬਤ, ਅੰਦਰ ਚਿੰਤਨ ਪੈਦਾ ਕਰ ਦਿੰਦੀ ਹੈ, ਤੁਹਾਡਾ ਭਰਮ ਮਿਟ ਜਾਂਦਾ ਹੈ, ਹਨੇਰਾ ਮਿਟ ਜਾਂਦਾ ਹੈ, ਸੱਚ ਝੂਠ ਦੀ ਪਰਖ ਆ ਗਈ, ਉਹ ਵਿਵੇਕ ਅੰਦਰ ਪੈਦਾ ਹੋ ਗਿਆ। ਉਹੀ ਜੀਵਨ ਦੇ ਮਸਲੇ ਨੂੰ ਸੁਲਝਾਉਣ ਦੀ ਤਾਕਤ ਰੱਖਦਾ। ਸਾਹਿਬ ਕਿਰਪਾ ਕਰਨ ਇਹ ਮੁਬਾਰਕ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਆਧਾਰ ਤੇ ਆਸਰਾ ਬਣੇ। ਗਰੀਬ ਨਵਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।